ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 56 ਦੇਖਣ ਲੱਗੇ ਹਾਂ। ਅੱਜ ਅਸੀਂ ਫਾਈਨੈਂਸ਼ੀਅਲ ਰੇਸ਼ੋ ਸਮਝਾਂਗੇ, ਠੀਕ ਹੈ। ਉਸ ਦੇ ਅੱਜ ਕੁਝ ਰੇਸ਼ੋਸ ਵੀ ਨਾਲ ਸਮਝਾਂਗੇ। ਪਹਿਲੇ ਹੀ ਸਮਝਾਂਗੇ ਕਿ ਫਾਈਨੈਂਸ਼ੀਅਲ ਰੇਸ਼ੋ ਕਿਹਨੂੰ ਕਹਿੰਦੇ ਆ, ਫਿਰ ਉਸਦੀ ਆਪਾਂ ਅੱਜ ਦੋ ਰੇਸ਼ੋਸ ਆਪਾਂ ਡਿਸਕਸ ਕਰਾਂਗੇ, ਠੀਕ ਹੈ ਫਰੈਂਡਸ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ, ਠੀਕ ਹੈ ਫਰੈਂਡਸ। ਹੁਣ ਆਪਾਂ ਫਾਈਨੈਂਸ਼ੀਅਲ ਰੇਸ਼ੋ ਬਾਰੇ ਗੱਲ ਕਰਦੇ ਹਾਂ। ਮੈਂ ਤੁਹਾਨੂੰ ਪੂਰੀ ਸਿੰਪਲ ਟਰਮ ਨਾਲ ਸਮਝਾਉਣਾ ਕਿ ਫਾਈਨੈਂਸ਼ੀਅਲ ਰੇਸ਼ੋ ਕਿਹਨੂੰ ਕਹਿੰਦੇ ਨੇ। ਫਾਈਨੈਂਸ਼ੀਅਲ ਰੇਸ਼ੋ ਦਾ ਕੀ ਮਤਲਬ ਹੋ ਗਿਆ, ਕੰਪੇਅਰਬਿਲਟੀ, ਠੀਕ ਹੈ। ਆਪਾਂ ਨੇ ਕੰਪੇਅਰ ਕਰਨਾ, ਠੀਕ ਹੈ। ਆਪਾਂ ਨੇ ਇਹ ਦੇਖਣਾ ਕਿ ਜੋ ਮੇਰੇ ਪਿਛਲੇ ਸਾਲ ਜੋ ਮੇਰੀ ਵੈਲਿਊ ਸੀ, ਠੀਕ ਹੈ, ਉਹ ਮੇਰੀ ਇਸ ਸਾਲ ਕਿੰਨੀ ਵਧੀ ਹੈ ਕਿੰਨੀ ਘਟੀ, ਉਹਨੂੰ ਆਪਾਂ ਇੱਕ ਰੇਸ਼ੀਓ 'ਚ ਡਿਫਾਈਨ ਕਰਨਾ, ਠੀਕ ਹੈ। ਮੇਰੇ ਫਾਈਨੈਂਸ਼ੀਅਲ ਸਟੇਟਮੈਂਟ 'ਚ ਜੋ ਵੀ ਆਈਟਮਸ ਹੈ ਉਸਦੀ ਮੈਂ ਹਰੇਕ ਵੈਲਿਊ ਤਾਂ ਨਹੀਂ ਮਗਰ ਜ਼ਿਆਦਾਤਰ ਵੈਲਿਊ ਦੀ ਮੈਂ ਕੰਪੇਅਰ ਕਰਾਂਗਾ, ਠੀਕ ਹੈ। ਮੈਂ ਪਿਛਲੇ ਸਾਲ ਨਾਲ ਕਰ ਸਕਦਾ, ਠੀਕ ਹੈ, ਅਤੇ ਪਿਛਲੇ ਸਾਲ ਦੇ ਇਸ ਸਾਲ ਨਾਲ ਮੈਂ ਕੰਪੇਅਰ ਕਰ ਸਕਦਾ, ਠੀਕ ਹੈ। ਆਪਾਂ ਕਿਉਂ ਕੰਪੇਅਰ ਕਰ ਰਹੇ ਹਾਂ, ਕਿਸ ਲਈ ਕੰਪੇਅਰ ਕਰ ਰਹੇ, ਤਾਂ ਕਿ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਸਕਾਂ। ਕੋਈ ਇੱਕ ਸਾਲ ਦਾ ਕੁਝ ਪ੍ਰੋਫਿਟ ਆ ਗਿਆ, ਉਸ ਦਾ ਮਤਲਬ ਇਹ ਨਹੀਂ ਕਿ ਮੇਰਾ ਬਿਜ਼ਨਸ ਬਹੁਤ ਵਧੀਆ ਹੋ ਗਿਆ। ਜਦ ਤੱਕ ਉਹ ਦੂਜੇ ਸਾਲ ਵਿੱਚ ਉਹਦੀ ਸੇਮ ਪਰਫੋਰਮੈਂਸ ਜਾਂ ਉਸ ਤੋਂ ਵੱਧ ਦੀ ਪਰਫੋਰਮੈਂਸ ਨਹੀਂ ਆ ਜਾਂਦੀ ਤਾਂ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗੇਗਾ ਕਿ ਜੋ ਮੈਂ ਬਿਜ਼ਨਸ ਕਰ ਰਿਹਾ ਉਹ ਮੇਰਾ ਐਕਚੁਅਲ 'ਚ ਮੇਰੇ ਲਈ ਮਤਲਬ ਫਰੂਟਫੁਲ ਹੈ ਜਾਂ ਨਹੀਂ ਹੈ। ਉਹ ਮੈਨੂੰ ਨਹੀਂ ਪਤਾ ਲੱਗੇਗਾ ਜਦ ਤੱਕ ਮੈਂ ਉਹਨੂੰ ਦੂਸਰੇ ਸਾਲ ਤੱਕ ਨਹੀਂ ਲੈ ਕੇ ਜਾਊਂਗਾ, ਠੀਕ ਹੈ। ਅਤੇ ਉਹਨੂੰ ਮੈਂ ਕੰਪੇਅਰ ਨਹੀਂ ਕਰਦਾ। ਉਸਨੂੰ ਕੰਪੇਅਰ ਕਰਨ ਲਈ ਮੈਨੂੰ ਫਾਈਨੈਂਸ਼ੀਅਲ ਰੇਸ਼ੋ ਕੈਲਕੂਲੇਟ ਕਰਨੀਆਂ ਪੈਣੀਆਂ, ਠੀਕ ਹੈ। ਮੈਨੂੰ ਫਾਈਨੈਂਸ਼ੀਅਲ ਰੇਸ਼ੋ ਕੈਲਕੂਲੇਟ ਕਰਨੀਆਂ ਪੈਣੀਆਂ ਹੈ, ਠੀਕ ਹੈ। ਫਾਈਨੈਂਸ਼ੀਅਲ ਰੇਸ਼ੋ 'ਚ ਅਲੱਗ-ਅਲੱਗ ਰੇਸ਼ੋਸ ਨੇ। ਮੇਰੇ ਫਾਈਨੈਂਸ਼ੀਅਲ ਸਟੇਟਮੈਂਟ ਦੀਆਂ ਕੁਛ ਆਈਟਮਸ ਦੀਆਂ ਮੇਰੀਆਂ ਫਾਈਨੈਂਸ਼ੀਅਲ ਰੇਸ਼ੋਸ ਬਣਦੀਆਂ ਨੇ, ਠੀਕ ਹੈ। ਜਿਵੇਂ ਮੈਂ ਲਾ ਲਓ ਲਿਕੁਇਡਿਟੀ ਰੇਸ਼ੋਸ ਲਾ ਲਓ, ਠੀਕ ਹੈ, ਪ੍ਰੋਫਿਟੇਬਿਲਿਟੀ ਰੇਸ਼ੋ ਲਾ ਲਓ, ਠੀਕ ਹੈ, ਵਰਕਿੰਗ ਕੈਪੀਟਲ ਰੇਸ਼ੋ ਲਾ ਲਓ, ਠੀਕ ਹੈ। ਆਪਣੇ ਇਹ ਤੁਹਾਨੂੰ ਮੈਂ ਅੱਗੇ ਦੱਸਾਂਗਾ ਇਹ ਕੀ ਹੁੰਦੀਆਂ ਨੇ, ਮਗਰ ਹਰੇਕ ਚੀਜ਼ ਆਪਣੇ ਡਿਫਾਈਨ ਕਰਨਾ ਹੁੰਦਾ ਹੈ ਕਿ ਰੇਸ਼ੋਸ ਕਰਨੀਆਂ ਹੁੰਦੀਆਂ ਨੇ, ਠੀਕ ਹੈ। ਉਸ ਲਈ ਆਪਾਂ ਫਾਈਨੈਂਸ਼ੀਅਲ ਰੇਸ਼ੋ ਬਣਾਉਂਦੇ ਹਾਂ। ਅਤੇ ਹੋਰ ਕਿਸ ਕਰਕੇ ਵੀ ਬਣਾ ਸਕਦੇ ਹਾਂ ਆਪਾਂ, ਜਿਵੇਂ ਕੋਈ ਬਾਹਰ ਦਾ ਬੰਦਾ ਇਨਵੈਸਟਰ ਹੈ, ਠੀਕ ਹੈ। ਇਨਵੈਸਟਰ ਕੀ ਕਰਨਾ ਚਾਹੇਗਾ, ਇਨਵੈਸਟਰ ਆਪਣੇ ਬਿਜ਼ਨਸ ਸਾਡੇ ਬਿਜ਼ਨਸ ਵਿੱਚ ਇਨਵੈਸਟ ਕਰਨਾ ਚਾਹੁੰਦਾ ਹੈ, ਮਗਰ ਉਹ ਇਹ ਤਾਂ ਦੇਖੇਗਾ ਨਾ ਕਿ ਇਹਨਾਂ ਦਾ ਮਤਲਬ ਡੇ ਟੂ ਡੇ ਬੇਸਿਸ 'ਚ ਇਹ ਪੇਮੈਂਟ ਅੱਛੀਆਂ ਹੋ ਰਹੀਆਂ ਨਹੀਂ ਹੋ ਰਹੀਆਂ, ਠੀਕ ਹੈ। ਇਹ ਆਪਣੇ ਕ੍ਰੈਡੀਟਰ ਦੀ ਪੇਮੈਂਟ ਕਰ ਰਹੇ ਹੈ ਜਾਂ ਨਹੀਂ ਕਰ ਰਹੇ। ਮੈਂ ਇਹਨਾਂ 'ਚ ਇਨਵੈਸਟ ਕਰ ਰਿਹਾ ਅਤੇ ਮੈਨੂੰ ਇਸ ਚੀਜ਼ ਦੀ ਤਾਂ ਸ਼ੋਰਟੀ ਹੋਵੇ ਕਿ ਮੈਨੂੰ ਪੇਮੈਂਟ ਕਰ ਦੇਗਾ ਨਹੀਂ ਕਰ ਦੇਗਾ। ਜੇ ਮੈਨੂੰ ਇਸਦੀ ਛੋਟੀ ਲੈਣੀ ਹੈ ਇਸਦਾ ਮਤਲਬ ਮੈਨੂੰ ਉਸਦੀਆਂ ਰੇਸ਼ੋਸ ਦੇਖਣੀਆਂ ਪੈਣੀਆਂ। ਮੈਨੂੰ ਉਹਦੀ ਫਾਈਨੈਂਸ਼ੀਅਲ ਰੇਸ਼ੋ ਦੇਖਾਂਗਾ, ਫਾਈਨੈਂਸ਼ੀਅਲ ਸਟੇਟਮੈਂਟ ਪਲੱਸ ਫਾਈਨੈਂਸ਼ੀਅਲ ਰੇਸ਼ੋਸ ਦੇਖਾਂਗਾ ਤਾਂ ਹੀ ਮੈਨੂੰ ਪਤਾ ਲੱਗੇਗਾ, ਠੀਕ ਹੈ। ਫਾਈਨੈਂਸ਼ੀਅਲ ਸਟੇਟਮੈਂਟ ਹੁੰਦਾ ਕਿ ਇੱਕ ਵੱਡੀ ਅਮਾਊਂਟ ਸਾਨੂੰ ਪਤਾ ਲੱਗ ਰਹੀ। ਫਾਈਨੈਂਸ਼ੀਅਲ ਰੇਸ਼ੋ ਕੀ ਹੈ ਕਿ ਮੈਨੂੰ ਰੇਸ਼ੋਸ 'ਚ ਪਤਾ ਲੱਗ ਗਿਆ ਕਿ ਇਹ ਕਿੱਥੇ ਤੱਕ ਜਾ ਸਕਦਾ ਅਤੇ ਮੈਂ ਆਪਣਾ ਪੈਸਾ ਲਾਵਾਂ ਨਾ ਲਾਵਾਂ ਇਸ ਦੇ ਉੱਪਰ ਡਿਸੀਜ਼ਨ ਲੈ ਲਿੱਤਾ ਜਾਂਦਾ, ਠੀਕ ਹੈ। ਇਹ ਕਿਹਦੇ ਕਰਕੇ ਹੋ ਸਕਦਾ, ਕਿਹਦੇ ਨਾਲ ਹੋ ਸਕਦਾ, ਮੇਰੀ ਫਾਈਨੈਂਸ਼ੀਅਲ ਰੇਸ਼ੋ ਨਾਲ ਹੋ ਸਕਦਾ, ਠੀਕ ਹੈ ਫਰੈਂਡਸ। ਪੂਰਾ ਫਾਈਨੈਂਸ਼ੀਅਲ ਰੇਸ਼ੋ ਕੀ ਕਹਿ ਰਿਹਾ, ਰੇਸ਼ੋ ਆਫ ਦੀ ਟੂ ਸਿਲੈਕਟਡ ਨੂਮੈਰੀਕਲ ਵੈਲਿਊਜ਼ ਟੇਕਨ ਫਰੋਮ ਦੀ ਐਂਟਰਪ੍ਰਾਈਜ਼ ਫਾਈਨੈਂਸ਼ੀਅਲ ਸਟੇਟਮੈਂਟ। ਦੋ ਨੂਮੈਰੀਕਲ ਵੈਲਿਊ ਲੈ ਲੈਣੇ, ਕਿਸ 'ਚੋਂ ਲੈਣੇ ਆਪਾਂ, ਫਾਈਨੈਂਸ਼ੀਅਲ ਸਟੇਟਮੈਂਟ 'ਚ ਲੈਣੇ, ਤੁਹਾਨੂੰ ਮੈਂ ਦੱਸਿਆ ਹੀ ਹੈ, ਠੀਕ ਹੈ। ਫਾਈਨੈਂਸ਼ੀਅਲ ਰੇਸ਼ੋ ਅਲਾਓ ਦੀ ਕੰਪੈਰੀਜ਼ਨ, ਕਾਹਦੀ ਕੰਪੈਰੀਜ਼ਨ, ਬਿਟਵੀਨ ਕੰਪਨੀਜ਼ 'ਚ ਕਰ ਸਕਦਾ, ਠੀਕ ਹੈ, ਬਿਟਵੀਨ ਇੰਡਸਟਰੀਜ਼ ਵਿੱਚ, ਠੀਕ ਹੈ, ਬਿਟਵੀਨ ਡਿਫਰੈਂਟ ਟਾਈਮ ਪੀਰੀਅਡ, ਅਲੱਗ-ਅਲੱਗ ਟਾਈਮ ਪੀਰੀਅਡ ਦਾ ਵੀ ਕਰ ਸਕਦੇ ਹਾਂ ਆਪਾਂ ਕੰਪੇਅਰ, ਠੀਕ ਹੈ। ਇੱਕ ਕੁਆਟਰ, ਦੂਜੇ ਕੁਆਟਰ, ਥਰਡ ਕੁਆਟਰ, ਠੀਕ ਹੈ, ਦਾ ਵੀ ਕਰ ਸਕਦੇ ਹਾਂ, ਜਾਂ 1 ਸਾਲ 2 ਸਾਲ, ਠੀਕ ਹੈ। ਅਤੇ ਬਿਟਵੀਨ ਅ ਸਿੰਗਲ ਕੰਪਨੀ ਐਂਡ ਇੰਡਸਟਰੀ ਐਵਰੇਜ, ਠੀਕ ਹੈ ਫਰੈਂਡਸ। ਆਪਾਂ ਕੰਪੇਅਰਬਿਲਟੀ ਕਰਨੀ, ਇਹ ਉਰੇ ਦੱਸਿਆ ਹੋਇਆ ਕਿ ਕਿਵੇਂ ਆਪਾਂ ਕੰਪੇਅਰ ਕਰ ਸਕਦੇ ਹਾਂ, ਠੀਕ ਹੈ ਫਰੈਂਡਸ। ਫਰਮ ਦੀ ਪਰਫੋਰਮੈਂਸ ਸਾਨੂੰ ਪਤਾ ਲੱਗਦੀ ਹੈ, ਠੀਕ ਹੈ। ਫਾਈਨੈਂਸ਼ੀਅਲ ਰੇਸ਼ੋ ਕੀ ਐਨਾਲਾਈਜ਼ ਕਰਦਾ, ਸਾਡੀ ਬੈਲੈਂਸ ਸ਼ੀਟ ਐਨਾਲਾਈਜ਼ ਕਰਦਾ, ਇਨਕਮ ਸਟੇਟਮੈਂਟ ਐਨਾਲਾਈਜ਼ ਕਰਦਾ, ਹਿਸਟੋਰੀਕਲ ਕੰਪੈਰੀਜ਼ਨ ਕਰਦਾ, ਕੰਪੈਰੀਜ਼ਨ ਵਿਦ ਇੰਡਸਟਰੀ ਨੋਰਮਸ ਕਰਦਾ, ਕੰਪੈਰੀਜ਼ਨ ਵਿਦ ਕੀ ਕੰਪੀਟੀਟਰਸ ਕਰਦਾ, ਠੀਕ ਹੈ ਫਰੈਂਡਸ, ਠੀਕ ਹੈ ਫਰੈਂਡਸ। ਤਾਂ ਸਟੇਕ ਹੋਲਡਰ ਦੇ ਪਰਸਪੈਕਟਿਵ ਨਾਲ ਆਪਾਂ ਕੀ ਦੇਖ ਸਕਦੇ ਹਾਂ, ਇੰਪਲੋਇਜ਼ ਦੀ ਐਫੀਸ਼ੀਐਂਸੀ ਵੀ ਪਤਾ ਲੱਗ ਜਾਂਦੀ ਹੈ, ਕਸਟਮਰ ਦੀ ਸੈਟਿਸਫੈਕਸ਼ਨ ਬਾਰੇ ਪਤਾ ਲੱਗਦਾ ਹੈ, ਓਨਰਸ ਦੀ ਕੈਪੀਟਲ ਬਾਰੇ ਪਤਾ ਲੱਗਦਾ, ਠੀਕ ਹੈ ਫਰੈਂਡਸ। ਉਹ ਚੀਜ਼ਾਂ ਆਪਾਂ ਫਾਈਨੈਂਸ਼ੀਅਲ ਰੇਸ਼ੋ ਦੁਆਰਾ ਦੇਖਦੇ ਹਾਂ। ਇਹ 5 ਤਰ੍ਹਾਂ ਦੀ ਹੋ ਸਕਦੀਆਂ ਫਾਈਨੈਂਸ਼ੀਅਲ ਰੇਸ਼ੋ, ਠੀਕ ਹੈ। ਲਿਕੁਇਡਿਟੀ ਰੇਸ਼ੋ, ਪ੍ਰੋਫਿਟੇਬਿਲਿਟੀ ਰੇਸ਼ੋ, ਐਫੀਸ਼ੀਐਂਸੀ ਰੇਸ਼ੋ, ਐਸੈਟ ਯੂਸੇਜ ਰੇਸ਼ੋ, ਠੀਕ ਹੈ, ਵਰਕਿੰਗ ਕੈਪੀਟਲ ਰੇਸ਼ੋ, ਠੀਕ ਹੈ। ਇਹ 5 ਤਰ੍ਹਾਂ ਦੀ ਹੁੰਦੀ ਹੈ। ਇਸ ਲਿਕੁਇਡਿਟੀ ਰੇਸ਼ੋ 'ਚ ਵੀ ਅੱਗੋਂ 2 ਤਰ੍ਹਾਂ ਨਾਲ ਡਿਫਾਈਨਡ ਹੈ, ਉਹ ਤੁਹਾਨੂੰ ਮੈਂ ਅੱਗੇ ਦੱਸਾਂਗਾ, ਮਗਰ ਇਹ 5 ਪਾਰਟ ਨੇ, ਠੀਕ ਹੈ। 5 ਪਾਰਟ ਦੇ ਹਰ ਇੱਕ ਪਾਰਟ ਦੀਆਂ ਕੁਝ 2 ਜਾਂ 3 ਰੇਸ਼ੋਸ ਨੇ, ਠੀਕ ਹੈ, ਹਰੇਕ ਇੱਕ ਪਾਰਟ ਦੀਆਂ। ਕਿਉਂ ਪਾਰਟ ਨੇ, ਕਿਉਂਕਿ ਜੇ ਆਪਾਂ ਨੇ ਰੇਸ਼ੋਸ ਕੱਢਣੀਆਂ ਨਹੀਂ, ਇਕੱਠੀ ਤਾਂ ਕੱਢ ਨਹੀਂ ਸਕਦੇ, ਸਾਨੂੰ ਹਰੇਕ ਆਈਟਮਸ ਦੀਆਂ, ਠੀਕ ਹੈ, 2 ਨੂਮੈਰੀਕਲ ਵੈਲਿਊ, ਜਿਵੇਂ ਆਪਾਂ ਉਰੇ ਪੜ੍ਹ ਕੇ ਆਏ ਹਾਂ ਕਿ ਆਪਾਂ ਨੇ 2 ਨੂਮੈਰੀਕਲ ਵੈਲਿਊ ਲੈਣੀਆਂ ਨੇ, ਤਾਂ ਇਹ ਤਾਂ ਹੈ ਨਹੀਂ ਆਪਾਂ ਇਕੱਠੀਆਂ ਲਵਾਂਗੇ ਨਾ। ਆਪਾਂ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਦੀ ਕੁਝ ਆਈਟਮਸ ਚੱਕਾਂਗੇ, ਉਸ 'ਚੋਂ ਲਵਾਂਗੇ, ਠੀਕ ਹੈ। ਇਹ ਉਹਨੂੰ
सब ਉਹ ਅੰਦਰ ਸਬ ਪਾਰਟ ਵਿੱਚ ਆਪਣੀ ਰੇਸ਼ੀਓਸ ਨਿਕਲਦੀਆਂ, ਮਗਰ ਜੇ ਹੈਡ ਪਾਰਟ ਦੇਖੀਏ ਆਪਾਂ ਤਾਂ ਲਿਕੁਇਡਿਟੀ ਰੇਸ਼ੀਓ ਦਾ ਕੀ ਮਤਲਬ ਹੋ ਜਾਂਦਾ? ਲਿਕੁਇਡਿਟੀ ਦਾ ਰੇਸ਼ੀਓ ਦਾ ਮਤਲਬ ਹੋ ਜਾਂਦਾ ਹੈ ਕਿ ਤੁਹਾਡੀ ਜਿਹੜੀ ਡੇ ਟੂ ਡੇ ਬੇਸਿਸ ਵਿੱਚ ਤੁਸੀਂ ਕਿਸ ਤਰ੍ਹਾਂ ਤੁਹਾਡੀ ਪੇਮੈਂਟਸ ਚੱਲ ਰਹੀਆਂ ਨੇ, ਠੀਕ ਹੈ, ਕਿਸ ਤਰ੍ਹਾਂ ਤੁਹਾਡੇ ਐਸਟ ਕਰੰਟ ਐਸਟ ਚੱਲ ਰਹੇ ਨੇ, ਠੀਕ ਹੈ, ਤੁਹਾਡੀ ਪੇਮੈਂਟਸ ਅੱਛੀ ਚੱਲ ਰਹੀਆਂ ਨਹੀਂ ਚੱਲ ਰਹੀਆਂ, ਤੁਹਾਡੇ ਕੋਲ ਕੈਸ਼ ਹੁੰਦਾ ਆਪਣੇ ਕੋਲ, ਠੀਕ ਹੈ। ਇਹ ਤਾਂ ਨਹੀਂ ਤੁਸੀਂ ਸਾਰਾ ਹੀ ਫਿਕਸਡ ਐਸਟ ਵਿੱਚ ਪੈਸਾ ਲਾ ਦੋਗੇ, ਕੋਈ ਤੁਹਾਨੂੰ ਡੇ ਟੂ ਡੇ ਰਨ ਕਰਨ ਲਈ, ਬਿਜ਼ਨਸ ਰਨ ਕਰਨ ਲਈ ਤੁਹਾਨੂੰ ਪੈਸਾ ਚਾਹੀਦਾ, ਉਹ ਤੁਹਾਡਾ ਕਿਸ ਤਰ੍ਹਾਂ ਚੱਲ ਰਿਹਾ, ਉਹ ਤੁਹਾਡੀ ਪਰਫੋਰਮੈਂਸ ਅੱਛੀ ਚੱਲ ਰਹੀ ਹੈ ਨਹੀਂ ਚੱਲ ਰਹੀ, ਠੀਕ ਹੈ। ਪ੍ਰੋਫਿਟੇਬਿਲਿਟੀ ਦੇਖਣ ਵਾਸਤੇ ਪ੍ਰੋਫਿਟੇਬਿਲਿਟੀ ਦੀ ਰੇਸ਼ੀਓ ਹੋਣਗੀਆਂ ਅੰਦਰ, ਠੀਕ ਹੈ, ਜਿਹਦੇ ਅੰਦਰ ਪ੍ਰੋਫਿਟੇਬਿਲਿਟੀ ਰੇਸ਼ੀਓ ਹੋਣਗੀਆਂ ਅਲੱਗ-ਅਲੱਗ ਆਈਟਮਸ ਦੀਆਂ, ਠੀਕ ਹੈ, ਉਹ ਦੇਖਣ ਲਈ, ਐਫੀਸ਼ੀਐਂਸੀ ਰੇਸ਼ੀਓਸ ਦੇਖਣ ਲਈ, ਠੀਕ ਹੈ, ਐਸਟ ਯੂਸੇਜ ਰੇਸ਼ੀਓ ਦੇਖਣ ਲਈ ਅਤੇ ਵਰਕਿੰਗ ਕੈਪੀਟਲ ਰੇਸ਼ੀਓ ਦੇਖਣ ਲਈ। ਆਪਾਂ ਅੱਜ ਇੱਕ ਤਾਂ ਲਿਕੁਇਡਿਟੀ ਰੇਸ਼ੀਓ ਬਾਰੇ ਗੱਲ ਕਰਾਂਗੇ, ਠੀਕ ਹੈ, ਇੱਕ ਆਪਾਂ ਲਿਕੁਇਡਿਟੀ ਰੇਸ਼ੀਓ ਬਾਰੇ ਗੱਲ ਕਰਾਂਗੇ, ਇੱਕ ਆਪਾਂ ਟਰਨ ਰੇਸ਼ੀਓ ਬਾਰੇ ਗੱਲ ਕਰਾਂਗੇ, ਠੀਕ ਹੈ ਫਰੈਂਡਸ। ਪੂਰੇ ਆਪਾਂ ਟਰਨ ਰੇਸ਼ੀਓ ਬਾਰੇ ਗੱਲ ਕਰਾਂਗੇ, ਠੀਕ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਲਿਕੁਇਡਿਟੀ ਰੇਸ਼ੀਓ, ਠੀਕ ਹੈ। ਲਿਕੁਇਡਿਟੀ ਰੇਸ਼ੀਓ ਥੋੜ੍ਹਾ ਬਰੀਕ ਹੈ ਤਾਂ ਮੇਰੇ ਨਾਲ ਫੋਲੋ ਕਰਿਓ, ਠੀਕ ਹੈ। ਲਿਕੁਇਡਿਟੀ ਤਾਂ ਤੁਸੀਂ ਉਰੇ ਕਦੇ ਵੀ ਫਾਰਮੂਲੇ ਜਿਹੜੇ ਆ ਤੇ ਇਹਦੇ ਰੱਟਾ ਨਹੀਂ ਝਾੜਨਾ, ਤੁਸੀਂ ਲੌਜਿਕ ਦੇਖਣਾ। ਜੇ ਤੁਹਾਨੂੰ ਲੌਜਿਕ ਯਾਦ ਰਹਿ ਗਿਆ ਨਾ, ਤੁਹਾਨੂੰ ਰੱਟਾ ਝਾੜਨ ਦੀ ਲੋੜ ਹੀ ਨਹੀਂ, ਠੀਕ ਹੈ। ਜੇ ਉੱਥੇ MCQ ਪੁੱਛ ਲਿਆ ਜਾਂ ਤੁਹਾਨੂੰ ਇਹ ਡਿਫਾਈਨਡ ਹੈ ਕਿ ਜਿਹੜੀ ਇਹ ਰੇਸ਼ੀਓ ਹੈ ਇਹ ਇਸਦਾ ਕੀ ਮਤਲਬ ਹੋਇਆ, ਤਾਂ ਐਗਜ਼ੈਕਟਲੀ ਜੇ ਸਾਡੇ ਸਾਹਮਣੇ MCQ ਉਸ ਵਿੱਚ ਆਪਸ਼ਨਸ ਨੇ ਤਾਂ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਏਗਾ ਇਹਦੀ ਆਪਸ਼ਨ ਦਾ, ਇਸਦਾ ਕੀ ਨਾਮ ਹੈ, ਕੁਐਸਚਨ ਦਾ ਆਨਸਰ ਇਹ ਹੈ, ਠੀਕ ਹੈ। ਹੁਣ ਇਹ ਦੋ ਤਰ੍ਹਾਂ ਨਾਲ ਹੋ ਸਕਦੀ ਹੈ ਲਿਕੁਇਡਿਟੀ ਰੇਸ਼ੀਓ ਮੇਰੀ, ਕਰੰਟ ਰੇਸ਼ੀਓ ਅਤੇ ਕਿਊਕ ਰੇਸ਼ੀਓ। ਇਹਨਾਂ ਦੋਨਾਂ 'ਚ ਕੀ ਡਿਫਰੈਂਸ ਹੈ ਉਹ ਅਸੀਂ ਹੁਣ ਦੇਖਾਂਗੇ। ਕਰੰਟ ਰੇਸ਼ੀਓ ਦਾ ਕੀ ਮਤਲਬ ਹੋਇਆ? ਤੁਹਾਨੂੰ ਕੁਛ ਯਾਦ ਆ ਰਿਹਾ ਕਿ ਆਪਾਂ ਅਕਾਊਂਟਿੰਗ ਟਰਮ ਵਿੱਚ ਆਪਾਂ ਕਰੰਟ ਬਾਰੇ ਪੜ੍ਹਿਆ, ਫਿਕਸਡ ਬਾਰੇ ਪੜ੍ਹਿਆ, ਯਾਦ ਕਰੋ, ਤੁਹਾਨੂੰ ਯਾਦ ਆ ਰਿਹਾ ਹੋਣਾ, ਠੀਕ ਹੈ। ਆਪਾਂ ਨੇ ਕਰੰਟ 'ਚ ਕੀ ਦੇਖਿਆ ਸੀ? ਇੱਕ ਕਰੰਟ ਐਸਟ ਦੇਖਿਆ ਸੀ, ਕਰੰਟ ਲਾਇਬਿਲਿਟੀ ਦੇਖੀਆਂ ਸੀ, ਫਿਕਸਡ ਐਸਟ, ਫਿਕਸਡ ਲਾਇਬਿਲਿਟੀ, ਉਰੇ ਕਰੰਟ ਦੀ ਗੱਲ ਹੋ ਰਹੀ ਹੈ, ਠੀਕ ਹੈ। ਜੇ ਤੁਹਾਨੂੰ ਮੈਂ ਪਿਛਲੇ ਲੈਕਚਰ 'ਚ ਕਰੰਟ ਬਾਰੇ ਪੜ੍ਹਾਇਆ ਤਾਂ ਤੁਹਾਨੂੰ ਪਤਾ ਹੋਏਗਾ ਕਰੰਟ ਐਸਟ ਕੀ ਹੁੰਦੇ ਨੇ। ਕਰੰਟ ਐਸਟ ਜੋ ਵਿਦਿਨ 12 ਮੰਥਸ ਚੱਲਣ, ਠੀਕ ਹੈ, ਵਿਦਿਨ 12 ਮੰਥ 'ਚ ਚੇਂਜ ਹੋ ਜਾਣ, ਠੀਕ ਹੈ। ਜ਼ਿਆਦਾਤਰ ਜਿਹੜੀ ਹੁੰਦੀ ਹੈ ਕਰੰਟ ਐਸਟ ਵਿਦਿਨ 12 ਮੰਥ 'ਚ ਚੇਂਜ ਹੋ ਜਾਂਦੀ ਹੈ। ਕਰੰਟ ਲਾਇਬਿਲਿਟੀ ਵਿਦਿਨ 12 ਮੰਥਸ ਵਿੱਚ ਚੇਂਜ ਹੋ ਜਾਂਦੀ ਹੈ। ਕਰੰਟ ਫਿਕਸਡ ਐਸਟ ਜੋ ਵਿਦਿਨ 12 ਮੰਥ 'ਚ ਚੇਂਜ ਨਹੀਂ ਹੁੰਦੀ, ਲੌਂਗ ਟਰਮ ਪ੍ਰੋਸੈਸ ਲਈ ਚੱਲਦੀ ਹੈ, ਠੀਕ ਹੈ। ਅਤੇ ਕਰੰਟ ਫਿਕਸਡ ਲਾਇਬਿਲਿਟੀ ਜੋ ਮੋਰ ਦੈਨ 12 ਮੰਥਸ ਚੱਲਦੀਆਂ ਨੇ, ਠੀਕ ਹੈ। ਲੌਂਗ ਟਰਮ ਮੈਨੇ ਜਿਹੜਾ ਲੋਨ ਲੈ ਲਿਆ, ਮੈਨੇ ਵੱਡਾ ਲੋਨ ਲੈ ਲਿਆ, ਉਹਦੀ ਪੇਮੈਂਟ ਮੇਰੀ 4, 5, 6 ਸਾਲ ਵਿੱਚ ਹੋਏਗੀ, ਠੀਕ ਹੈ, ਠੀਕ ਹੈ ਫਰੈਂਡਸ। ਤਾਂ ਆਪਾਂ ਨੂੰ ਇਹ ਪਤਾ ਲੱਗ ਗਿਆ, ਅਤੇ ਉਰੇ ਕਰੰਟ ਦਾ ਪਤਾ ਲੱਗ ਗਿਆ, ਤੁਹਾਨੂੰ ਆਈਡੀਆ ਹੋ ਗਿਆ, ਤਾਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਇਹ ਕਰੰਟ ਦੋ ਤਰ੍ਹਾਂ ਨਾਲ ਹੀ ਹੋ ਸਕਦਾ ਹੈ, ਜਾਂ ਤਾਂ ਕਰੰਟ ਐਸਟ ਅਤੇ ਕਰੰਟ ਲਾਇਬਿਲਿਟੀ। ਉਹੀ ਆਪਾਂ ਨੂੰ ਉਰੇ ਦੇਖਣਾ, ਕਰੰਟ ਐਸਟ ਅਪੋਨ ਕਰੰਟ ਲਾਇਬਿਲਿਟੀ ਨਾਲ ਮੇਰੀ ਕਰੰਟ ਰੇਸ਼ੀਓ ਨਿਕਲ ਜਾਏਗੀ, ਠੀਕ ਹੈ ਫਰੈਂਡਸ। ਹੁਣ ਆਪਾਂ ਦੇਖਦੇ ਹਾਂ ਕਿਊਕ ਰੇਸ਼ੀਓ। ਕਿਊਕ ਰੇਸ਼ੀਓ ਆਪਾਂ ਕਿਵੇਂ ਕਵਾਂਗੇ? ਕਿਊਕ ਰੇਸ਼ੀਓ ਦਾ ਮਤਲਬ ਇਹ ਹੋਇਆ ਜੋ ਮੇਰੀ ਕਰੰਟ ਐਸਟ ਅਪੋਨ ਕਰੰਟ ਲਾਇਬਿਲਿਟੀ ਹੈ ਉਸ ਵਿੱਚੋਂ ਕਰੰਟ ਮਤਲਬ ਕਿਊਕ ਮੇਰੀਆਂ ਕਿਹੜੀਆਂ ਪੇਮੈਂਟਸ ਨੇ ਅਤੇ ਕਿਊਕ ਮੇਰੇ ਕੋਲ ਕਿੰਨੀਆਂ ਪੇਮੈਂਟਸ, ਕਿੰਨੀਆਂ ਰਿਸਿਪਟਸ ਮੈਨੂੰ ਮਿਲਣੀਆਂ ਨੇ, ਕਿੰਨੀਆਂ ਮੇਰੇ ਕੋਲ ਕੈਸ਼ ਵਿੱਚ ਪੈਸਾ ਆਉਣਾ ਨਹੀਂ, ਠੀਕ ਹੈ। ਜੋ ਜਲਦੀ ਤੋਂ ਜਲਦੀ ਡਿਫਾਈਨਡ ਹੈ ਕਿ ਹਾਂ ਇੰਨਾ ਪੈਸਾ ਮੇਰੇ ਕੋਲ ਆ ਜਾਏਗਾ। ਕਰੰਟ ਐਸਟ ਦਾ ਕੀ ਮਤਲਬ ਹੁੰਦਾ, ਠੀਕ ਹੈ, ਕੈਸ਼, ਬੈਂਕ, ਡੈਟਰਸ, ਬਿਲ ਰਿਸੀਵੇਬਲ, ਠੀਕ ਹੈ, ਇਸਦੀ ਪੇਮੈਂਟਸ ਮੈਨੂੰ ਆਉਣੀਆਂ ਨੇ, ਮੈਨੂੰ ਡਿਫਾਈਨਡ ਹੈ ਕਿ ਹਾਂ ਮੈਨੂੰ ਇਹਨਾਂ ਦੀ ਪੇਮੈਂਟਸ ਆਉਣੀਆਂ ਨੇ, ਠੀਕ ਹੈ। ਉਹ ਕਿਸ ਵਿੱਚ ਆ ਜਾਂਦੀ ਹੈ ਅੱਗੇ? ਕਿਊਕ ਰੇਸ਼ੀਓ 'ਚ ਆ ਜਾਂਦੀ ਹੈ। ਕਿਊਕ ਰੇਸ਼ੀਓ ਨਾਲ ਮੈਨੂੰ ਇਹ ਐਨਾਲਾਈਜ਼ ਹੋ ਜਾਂਦਾ ਕਿ ਕਰੰਟ ਐਸਟ ਨੂੰ ਛਾਣ ਕੇ ਕਿਊਕ ਰੇਸ਼ੀਓ 'ਚ ਉਹ ਚੀਜ਼ਾਂ ਆ ਜਾਣਗੀਆਂ ਜੋ ਜਿਹਦੀ ਮੈਨੂੰ ਪੇਮੈਂਟ ਜਲਦੀ ਤੋਂ ਜਲਦੀ ਹੋ ਜਾਏਗੀ, ਠੀਕ ਹੈ। ਕਰੰਟ ਲਾਇਬਿਲਿਟੀ ਜਿਹਦੀ ਮੈਂ ਪੇਮੈਂਟ ਜਲਦੀ ਤੋਂ ਜਲਦੀ ਕਰਨੀ ਹੈ, ਠੀਕ ਹੈ। ਮਗਰ ਤੁਸੀਂ ਉਰੇ ਦੇਖਿਓ ਜਿਹੜੀ ਕਰੰਟ ਲਾਇਬਿਲਿਟੀ ਹੋਏਗੀ ਨਾ, ਅਤੇ ਜਿਹੜੀ ਆਪਾਂ ਕਰੰਟ ਲਾਇਬਿਲਿਟੀ ਆਪਾਂ ਨੇ ਕਰੰਟ ਰੇਸ਼ੀਓ 'ਚ ਪੜ੍ਹੀ ਹੈ ਉਹ ਸੇਮ ਟੂ ਸੇਮ ਹੋਏਗੀ, ਕਿਉਂਕਿ ਜਿਹੜੀ ਕਰੰਟ ਲਾਇਬਿਲਿਟੀ ਹੁੰਦੀ ਜ਼ਿਆਦਾਤਰ ਆਪਾਂ ਨੇ ਪੇਮੈਂਟ ਕਰਨੀ ਹੀ ਹੁੰਦੀ ਹੈ, ਉਹਨਾਂ ਵਿੱਚ ਕੁਝ ਨਹੀਂ ਛਾਨਣਾ ਹੁੰਦਾ, ਜ਼ਿਆਦਾਤਰ ਆਪਾਂ ਨੇ ਕਰੰਟ ਐਸਟ ਵਿੱਚੋਂ ਛਾਨਣਾ ਹੁੰਦਾ। ਉਹ ਆਪਾਂ ਨੇ ਕੀ ਚੀਜ਼ ਛਾਨਣੀ ਹੁੰਦੀ ਹੈ ਉਹ ਅਸੀਂ ਹੁਣ ਦੇਖਾਂਗੇ, ਠੀਕ ਹੈ। ਕਰੰਟ ਐਸਟ ਤੁਸੀਂ ਦੇਖੋ ਕਿਹੜੇ ਸੀ ਆਪਣੇ, ਮੈਂ ਉਰੇ ਲਿਖੇ ਹੈ, ਕੈਸ਼ ਹੈ, ठीक है, बैंक है, डेटर्स हैं, बिल रिसीवेबल है, स्टॉक है, आउटस्टैंडिंग इनकम, ठीक है, प्रीपेड एक्सपेंसिस, ठीक है फ्रेंड्स, इस तरह के हैं, ठीक है। ਹੁਣ ਅਸੀਂ ਇਹਨਾਂ 'ਚੋਂ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਕਿਹੜੀ ਚੀਜ਼ ਮੇਰੀ ਕਿਊਕ ਰੇਸ਼ੀਓ ਵਿੱਚ ਆ ਸਕਦੀ ਹੈ, ਠੀਕ ਹੈ, ਕਿਹੜੀ ਚੀਜ਼ ਮੇਰੀ ਕਿਊਕ ਰੇਸ਼ੀਓ ਵਿੱਚ ਆ ਸਕਦੀ ਹੈ। ਪਹਿਲਾਂ ਦੇਖੋ ਕੈਸ਼ ਦਾ ਪਤਾ ਹੀ ਹੈ, ਸਾਡੇ ਕੋਲ ਕੈਸ਼ ਹੈ ਤਾਂ ਕੈਸ਼ 'ਤੇ ਪੇਮੈਂਟ ਤਾਂ ਆਲਰੇਡੀ ਪਤਾ ਹੀ ਹੈ ਕਿ ਇਹ ਤਾਂ ਹੈ ਹੀ ਸਾਡੇ ਕੋਲ। ਬੈਂਕ 'ਚ ਪੈਸਾ ਪਿਆ ਜਦੋਂ ਮਰਜ਼ੀ ਕਢਾ ਸਕਦੇ ਹੋ। ਡੈਟਰਸ ਹੈ, ਡੈਟਰ ਡਿਫਾਈਨਡ ਹੈ ਕਿ ਇਸ ਤਰੀਕ ਨੂੰ ਜਾਂ ਇਸ ਨੂੰ ਮੈਨੂੰ ਪੈਸੇ ਮਿਲ ਜਾਣਗੇ, ਠੀਕ ਹੈ। ਬਿਲ ਰਿਸੀਵੇਬਲ ਪਤਾ ਹੀ ਹੈ 3 ਮਹੀਨੇ ਬਾਅਦ ਮੈਨੂੰ ਪੈਸੇ ਮਿਲ ਜਾਣੇ। ਸਟਾਕ, ਉਹਦੇ ਸਟਾਕ ਕਿਉਂ ਨਹੀਂ ਆਏਗਾ? ਕਿਉਂਕਿ ਤੁਹਾਨੂੰ ਪਤਾ ਜਿਹੜਾ ਸਟਾਕ ਹੈ ਉਹਦਾ ਨੇਚਰ ਪਤਾ ਨਹੀਂ ਸਾਨੂੰ, ਜੇ ਸਾਨੂੰ ਰੋ ਮਟੀਰੀਅਲ ਵਿੱਚ ਮਿਲ ਰਿਹਾ ਜਾਂ ਸੈਮੀ ਫਿਨਿਸ਼ ਗੁੱਡਸ 'ਚ ਮਿਲ ਰਿਹਾ ਜਾਂ ਫਿਨਿਸ਼ ਗੁੱਡਸ 'ਚ ਮਿਲ ਰਿਹਾ, ਉਹ ਸਾਨੂੰ ਹਾਲੇ ਪਤਾ ਨਹੀਂ। ਸਾਨੂੰ ਪਤਾ ਨਹੀਂ ਕਿ ਇਹਨੂੰ ਮੈਂ ਸੇਲ ਕਰਕੇ ਨਾਲ ਦੀ ਇਹਦੀ ਪੇਮੈਂਟ ਕਰ ਲਾਂਗਾ ਜਾਂ ਮੈਨੂੰ ਹਾਲੇ 6 ਮਹੀਨੇ ਲੱਗਣਗੇ ਜਾਂ 8 ਮਹੀਨੇ ਲੱਗਣਗੇ, ਠੀਕ ਹੈ। ਤਾਂ ਉਸ ਨੂੰ ਮੈਂ ਕਦੇ ਵੀ ਕਿਊਕ ਰੇਸ਼ੀਓ 'ਚ ਨਹੀਂ ਪਾਵਾਂਗਾ। ਕਿਊਕ ਰੇਸ਼ੀਓ ਮਤਲਬ ਜਿਹਦੀ ਪੇਮੈਂਟ ਹੋਰ ਬਸ ਹੋ ਜਾਣੀ ਹੈ, ਡਿਫਾਈਨਡ ਹੈ, ਠੀਕ ਹੈ। ਮਤਲਬ ਕਿ ਕਰੰਟ ਐਸਟ ਦਾ ਕੀ ਮਤਲਬ ਹੋਇਆ ਕਿ ਜਿੰਨਾ ਤੋਂ ਮੈਂ ਪੇਮੈਂਟ ਲੈਣੀ ਹੈ
इस चों जे मैं कैश ते बैंक छड्ड ਦਾਂ पेमेंट लैनी है, मतलब ये है कि जद मर्जी मैं ਉਹਦੀ पेमेंट ਲੈ ਸਕਦਾ मैं, ठीक है। मैं पेमेंट ਆਪਣੇ बिजनेस 'ਚ ਪਾ ਸਕਦਾ ਉਸਨੂੰ यूज़ ਕਰਨ ਲਈ, ठीक है। करंट एसेट का मतलब ये हो गया, ठीक है। जिसमें डैटर्स में पैसे जो मर्जी लै सकदा, कैश तो मेरे को पिया ही है, ठीक है। डैटर बैंक च पैसा पिया ही, उस जो मर्जी कढ़ा सकदा, ठीक है। स्टॉक जी ऐसी चीज़ है जो मैं क्यू रेशियो च नहीं लै सकदा, ठीक है। तो इन्ना तुसीं देख रहे हो, कल्ला स्टॉक ही ऐसी चीज़ है जिसनूं मैं नहीं लै सकदा। क्यों नहीं लै सकदा? क्योंकि वो तो मैनूं हले डिफाइन नहीं है कि वो रॉ मटीरियल विच है या सैमी फिनिश विच है। वो सेल दी डिफाइन नहीं है कि सेल नाल दी नाल हो जाएगा या टाइम लगेगा, ठीक है। जो जी चीज़ टाइम लै रही है वो मेरी क्विक रेशियो में नहीं आ सकती, ठीक है, ज़्यादातर। तो डिफाइंड भी नहीं है, ये भी देखो तुसीं, ठीक है। तो जी करंट लायबिलिटी है वो तो सेम टू सेम, ये तो क्विक रेशियो सेम टू सेम वही आ जानी है। बस मेरे की चेंज होंगे ज़्यादातर, क्विक एसिड पूरे नाम की चेंज हो जाएगा, की नाम चेंज हो जाएगा। करंट एसिड तो मेरी क्विक एसिड, तो करंट लायबिलिटी सेम टू सेम, ये मेरी की निकल जाएगी, क्विक रेशियो निकल जाएगी, ठीक है। ठीक है फ्रेंड्स, ਹੁਣ ਆਪਾਂ ਨੇ ਅੱਜ ਕਿਹੜੀ ਦੇਖੀ ਹੈ? ਲਿਕੁਇਡਿਟੀ ਰੇਸ਼ੋ। ਦੂਜੀ ਆਪਾਂ ਦੇਖਾਂਗੇ ਟਰਨਓਵਰ ਰੇਸ਼ੋ। ਟਰਨਓਵਰ ਰੇਸ਼ੋ, ਠੀਕ ਹੈ। ਹੁਣ ਆਪਾਂ ਟਰਨਓਵਰ ਰੇਸ਼ੋ ਦੇਖਾਂਗੇ। ਟਰਨਓਵਰ ਦਾ ਕੀ ਮਤਲਬ ਹੋਇਆ? ਤੁਹਾਨੂੰ ਮੈਂ ਦੱਸਿਆ ਸੀ, ਸੇਲ ਬਾਰੇ ਗੱਲ ਕਰ ਰਹੇ ਹਾਂ, ਸੇਲ ਦੀ ਰੇਸ਼ੋ ਦੇਖ ਰਹੇ ਹਾਂ ਆਪਾਂ, ਠੀਕ ਹੈ। ਐਕਟੀਵਿਟੀ ਦਾ ਕੀ ਮਤਲਬ ਹੋਇਆ? ਐਕਟੀਵਿਟੀ ਦਾ ਕੀ ਮਤਲਬ ਹੋਇਆ? ਪ੍ਰੋਫਿਟ ਨਾ ਹੋਇਆ। ਪ੍ਰੋਫਿਟ ਦਾ ਮਤਲਬ ਹੁੰਦਾ ਕਿ ਮੇਰਾ ਰਿਜ਼ਲਟ ਹੈ। ਰਿਜ਼ਲਟ ਕਿਵੇਂ ਨਿਕਲਦਾ? ਮੇਰੀ ਐਕਟੀਵਿਟੀ, ਮਤਲਬ ਕਿ ਸੇਲ ਨਾ ਨਿਕਲੇ। ਜੇ ਸੇਲ ਹੋਏਗੀ ਤਾਂ ਮੇਰਾ ਪ੍ਰੋਫਿਟ ਨਿਕਲੇਗਾ ਨਾ। ਸੇਲ ਉੱਪਰ ਹੀ ਸਭ ਕੁਝ ਡਿਫਾਈਨਡ ਹੈ, ਤਾਂ ਮੈਂ ਸੇਲ ਉੱਪਰ ਹੀ ਅੱਜ ਗੱਲ ਕਰ ਰਿਹਾ, ਠੀਕ ਹੈ। ਟਰਨਓਵਰ 'ਚ ਮੈਂ ਕਿਹਦੀ ਗੱਲ ਕਰ ਰਿਹਾ? ਸੇਲ ਨੂੰ ਲੈ ਕੇ, ਸੇਲ ਦੇ ਪੁਆਇੰਟ ਆਫ ਵਿਊ ਨਾਲ ਮੈਂ ਗੱਲ ਕਰ ਰਿਹਾ, ਠੀਕ ਹੈ। ਤਾਂ ਪਹਿਲੀ ਤੁਹਾਨੂੰ ਮੈਂ ਕਿਹਾ ਨਾ ਲੌਜਿਕ ਦੇਖਣਾ ਆਪਾਂ ਨੇ, ਤਾਂ ਉਹਦੇ ਲਿਖਿਆ ਫਿਕਸਡ ਐਸਟ ਟਰਨਓਵਰ ਰੇਸ਼ੋ। ਸਾਨੂੰ ਪਤਾ ਟਰਨਓਵਰ ਦਾ ਕੀ ਮਤਲਬ ਹੋਇਆ? ਸੇਲ। ਤੇ ਫਿਕਸਡ ਐਸਟ ਤਾਂ ਪਤਾ ਹੀ ਹੈ ਸਾਨੂੰ, ਆਪਾਂ ਨੇ ਬਸ ਰੇਸ਼ੋ ਉਵੇਂ ਲਾ ਦੇਣੀ ਹੈ। ਫਿਕਸ ਸੇਲ ਉੱਪਰ ਰੱਖਣੀ ਹੈ, ਠੀਕ ਹੈ, ਅਪੋਨ ਨੈਟ ਫਿਕਸਡ ਐਸਟ। ਨੈਟ ਫਿਕਸਡ ਐਸਟ ਆਪਾਂ ਉਹ ਕਿਉਂ ਲੈ ਰਹੇ ਹਾਂ? ਕਿਉਂਕਿ ਆਪਾਂ ਇੱਕ ਤੋਂ ਡੈਪਰੀਸੀਏਸ਼ਨ ਮਾਈਨਸ ਕਰ ਚੁੱਕੇ ਹਾਂ, ठीक है। डेप्रीशिएशन किहदे उपर लगती है? फिक्स एसेट उपर लगती है। तो सेल अपॉन नैट फिक्स एसेट, ठीक है फ्रेंड्स। तो आप दूजी देख लें करंट एसेट टर्नओवर रेशियो। करंट एसेट टर्नओवर रेशियो निकाल लाँगे सेल अपॉन करंट एसेट, ठीक है। कुछ नहीं आपने देखना, सिर्फ तुमने नाम पढ़ना है तो तुमने रेशियो ला देनी। टर्नओवर का मतलब सेल है, ठीक है। ये तुम हले दसांगा उरे कॉस्ट ऑफ गुड्स सोल्ड क्यों पाया आपने। करंट एसेट देखांगे, ठीक है, ये आप उरे अपॉन पा देंगे, ठीक है ना। उरे रट्टा झाड़न की कोई लोड़ नहीं है। वर्किंग कैपिटल टर्नओवर। वर्किंग कैपिटल का की मतलब होया? तुहानूं मैं दस्सिया सी, वैसे मैं तुहानूं दुबारा दस दिना। वर्किंग कैपिटल का मतलब होया कि सारी की सारी कैपिटल का मतलब पता तुहानूं, ठीक है। जो उन्होंने इन्वेस्ट किया अपने बिजनेस वो खुद ही कैपिटल है, सारी तो सारी वो फिक्स एसेट च नहीं पा देगा ना। कुछ तो और डे टू डे बेसिस लिए रखेगा अपनी कैपिटल, ठीक है ना। कुछ तो रखेगा ही वो, ठीक है। वर्किंग टर्म लिए रखेगा ही रखेगा, ठीक है। अपन पता साड़ी कैपिटल किवें निकलती सी, ਸਾਨੂੰ ਇਹ ਪਤਾ ਸਾਡੀ ਕੈਪੀਟਲ ਕਿਵੇਂ ਨਿਕਲਦੀ ਸੀ? ਜੇ ਆਪਾਂ ਐਸੈਟ ਮਾਈਨਸ ਲਾਇਬਿਲਿਟੀ ਕਰ ਦਿੰਦੇ ਸੀ, ਠੀਕ ਹੈ। ਐਸੈਟ ਮਾਈਨਸ ਲਾਇਬਿਲਿਟੀ ਕਰ ਦਿੰਦੇ ਸੀ, ਠੀਕ ਹੈ ਨਾ। ਇਹ ਸਾਡੇ ਨਾਲ ਕੈਪੀਟਲ ਨਿਕਲ ਜਾਂਦੀ ਸੀ। ਮਗਰ ਵਰਕਿੰਗ ਕੈਪੀਟਲ ਕੀ ਹੁੰਦੀ ਹੈ? ਵਰਕਿੰਗ ਕੈਪੀਟਲ 'ਚ ਨਿਕਾਲਣੀ ਹੋਵੇ ਡੇ ਟੂ ਡੇ ਬੇਸਿਸ ਲਈ, ਜਿਹੜੀ ਮੈਨੂੰ ਵਰਕਿੰਗ ਕੈਪੀਟਲ ਚਾਹੀਦੀ ਹੈ, ਉਹ ਕਿਵੇਂ ਨਿਕਲੇਗੀ? ਕਿਵੇਂ ਨਿਕਲੇਗੀ ਮੇਰੀ ਵਰਕਿੰਗ ਕੈਪੀਟਲ? ਮੈਨੂੰ ਕਰੰਟ ਐਸੈਟ अपॉन करंट लायबिलिटी माइनस कर ਦਾਂ, ठीक है। मेरी करंट एसेट चों मेरी करंट लायबिलिटी माइनस कर दांगा तो मेरी वर्किंग कैपिटल हो जाएगी, ठीक है। वो उरे मैं वर्किंग कैपिटल टर्नओवर रेशियो सेम टू सेम सेल अपॉन वर्किंग कैपिटल टर्नओवर रेशियो। देखिए तुमने उरे सानू कोई रट्टा झाड़न की लोड़ तो नहीं, सानू नाम तो पता लग रहा उसकी रेशियो किमें निकलेगी, ठीक है। हम उरे देख रहे हो COGS, ठीक है। COGS कॉस्ट ऑफ गुड्स सोल्ड, कॉस्ट ऑफ गुड्स सोल्ड, कॉस्ट ऑफ गुड्स सोल्ड। क्यों उरे मैं लिखा? वो कई बार ना, कई बार सेल नहीं दी होंगी, कई बार आपां नूं सेल नहीं दी होंगी, तो सैकेंड रैफरेंस जो चीज़ पई होंगी वो लै लेनी होंगी, कॉस्ट ऑफ गुड्स सोल्ड। कॉस्ट ऑफ गुड्स सोल्ड की है? मेरी गुड्स सोल्ड की जी गुड्स थी उसकी लागत है, ठीक है। तो सेल तो कॉस्ट ऑफ गुड्स तो की फर्क है? सिर्फ ग्रोस प्रॉफिट का ही फर्क है, ठीक है ना। सेल तो कॉस्ट ऑफ गुड्स तो की फर्क है? मेरी प्रॉफिट का ही फर्क है ना। ग्रोस प्रॉफिट का ही फर्क आ गया, मेरा ग्रोस प्रॉफिट का ही फर्क है, ठीक है। एक सब्सटीट्यूट है, ठीक है, एक सब्सटीट्यूट है। जो साढ़े को सेल्स नहीं पई तो आप कॉस्ट ऑफ गुड्स सोल्ड भी ला सकते हैं, ठीक है। कॉस्ट ऑफ गुड्स सोल्ड अपॉन नैट फिक्स्ड एसेट, कॉस्ट ऑफ गुड्स सोल्ड अपॉन करंट एसेट, कॉस्ट ऑफ गुड्स सोल्ड अपॉन वर्किंग कैपिटल, ठीक है। वैसे ज़्यादातर अपनी सेल पई है पर सेल ही लावांगे, ठीक है। इसका होर कोई मतलब नहीं है, ठीक है फ्रेंड्स। सो अपन ने दो तरह की रेशो देखी है, टर्नओवर रेशो यानी कि एक्टिविटी रेशो, इनू एक्टिविटी बेस नाल भी कह सकते हैं या टर्नओवर रेशो भी कह सकते हैं, ठीक है। तो एक आप देखी है लिक्विडिटी रेशो, ठीक है। लिक्विडिटी रेशो की देखिए करंट एसेट तो क्यूके रेशो, ठीक है। सो अपने दो रेशो देखनी है, हौली हौली सारी रेशोज मैं तुम्हें क्लीयर करता जावांगा, तो तुम्हें रट्टा झाड़न की कोई लोड़ नहीं। करंट रेशो दिमाग च आ जाना चाहिए, करंट एसेट अपॉन करंट लायबिलिटी, क्यूक रेशो क्यूक एसेट अपॉन करंट लायबिलिटी, ठीक है। तो टर्नओवर रेशो जो फिक्स एसेट टर्नओवर रेशो, टर्नओवर का मतलब पता सेल, तो सेल अपॉन फिक्स एसेट। करंट एसेट टर्नओवर रेशो, टर्नओवर का मतलब पता सेल अपॉन करंट एसेट, ठीक है। वर्किंग कैपिटल टर्नओवर रेशो की मतलब सेल अपॉन वर्किंग कैपिटल, ठीक है। वर्किंग कैपिटल किहड़ी होंदी है?
करंट एसेट अपॉन करंट लायबिलिटी, ठीक है, सॉरी करंट एसेट माइनस करंट लायबिलिटी, ਉਹਦੇ ਨਾਲ ਮੇਰੀ ਵਰਕਿੰਗ ਕੈਪੀਟਲ ਨਿਕਲ ਆਉਂਦੀ ਹੈ। ਸੋ ਉਰੇ ਮੈਂ ਇਸਦੀ ਰੇਸ਼ੀਓਸ ਨਾਲ ਮੇਰਾ ਰੇਸ਼ੀਓਸ ਨਿਕਲ ਆਉਣਗੇ। ਜੇ ਤੁਹਾਨੂੰ ਕੋਈ ਅੱਗੇ ਆਪਾਂ ਕੁਐਸਚਨਸ ਵੀ ਕਰਾਂਗੇ ਤੁਹਾਨੂੰ ਈਜ਼ੀਲੀ ਲੱਗੇਗਾ, ਤੁਹਾਨੂੰ ਪ੍ਰੋਬਲਮ ਨਹੀਂ ਆਊਗੀ, ਠੀਕ ਹੈ ਫਰੈਂਡਸ। ਸੋ ਅੱਜ ਲਈ ਇੰਨਾ ਹੀ, ਬਾਕੀ ਆਪਾਂ ਹੁਣ ਕੱਲ੍ਹ ਮਿਲਾਂਗੇ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ, ਠੀਕ ਹੈ। ਜੇ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਜ਼ਰੂਰ ਕਮੈਂਟ ਕਰਿਓ, ਠੀਕ ਹੈ ਫਰੈਂਡਸ। ਓਕੇ, ਥੈਂਕ ਯੂ।